ਪਠਾਨਕੋਟ ਨਗਰ ਨਿਗਮ ਦੇ तमाम ਕੌਂਸਲਰਾਂ ਦੀ ਮੌਜੂਦਗੀ ਦੇ ਵਿੱਚ ਅੱਜ ਹਾਊਸ ਦੀ ਮੀਟਿੰਗ ਕੀਤੀ ਗਈ, ਜਿਸ ਵਿੱਚ ਵੱਖ-ਵੱਖ ਕੌਂਸਲਰਾਂ ਵੱਲੋਂ ਆਪਣੇ ਵਾਰਡ ਵਿੱਚ ਆ ਰਹੀ ਸਮੱਸਿਆ ਨੂੰ ਉਜਾਗਰ ਕੀਤਾ ਗਿਆ। ਮੀਟਿੰਗ ਵਿੱਚ ਵਿਰੋਧੀ ਕੌਂਸਲਰਾਂ ਵੱਲੋਂ ਹੰਗਾਮਾ ਵੀ ਕੀਤਾ ਗਿਆ ਅਤੇ ਆਰੋਪ ਵੀ ਲਗਾਏ ਗਏ। ਖਾਸ ਕਰਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰੋਹਿਤ ਸਿਆਲ ਵੱਲੋਂ ਕਾਂਗਰਸੀ ਕਾਰਪੋਰੇਸ਼ਨ ਦੇ ਉੱਤੇ ਪੈਸਿਆਂ ਨੂੰ ਲੈ ਕੇ ਹੇਰਾਫੇਰੀ ਦੇ ਆਰੋਪ ਲਗਾਏ ਗਏ, ਜਿਸ ਦਾ ਮੇਅਰ ਪਨਲਾਲ ਭਾਟੀਆ ਵੱਲੋਂ ਠੋਕਵਾਂ ਜਵਾਬ ਦਿੱਤਾ ਗਿਆ ਅਤੇ ਉਹਨਾਂ ਨੇ ਕਿਹਾ ਕਿ ਉਹਨਾਂ ਉੱਤੇ ਲੱਗੇ ਸਾਰੇ ਆਰੋਪ ਬੇਬੁਨਿਆਦ ਹਨ ਅਤੇ ਪੰਜਾਬ ਸਰਕਾਰ ਵੱਲੋਂ ਭੇਜੇ ਕੰਮਾਂ ਨੂੰ ਮਨਜ਼ੂਰ ਨਹੀਂ ਕੀਤਾ ਜਾ ਰਿਹਾ, ਜਿਸ ਕਰਕੇ ਵਿਕਾਸ ਦੇ ਕੰਮਾਂ ਨੂੰ ਕਰਨ ਦੇ ਵਿੱਚ ਦੇਰੀ ਹੋ ਰਹੀ ਹੈ। ਇਸ ਹੰਗਾਮੇ ਭਰੀ ਮੀਟਿੰਗ ਤੋਂ ਬਾਅਦ 13 ਤੋਂ 14 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੇ ਕੰਮਾਂ ਨੂੰ ਮਨਜ਼ੂਰੀ ਦਿੱਤੀ ਗਈ। ਮੀਟਿੰਗ ਵਿੱਚ ਖਾਸ ਕਰਕੇ ਪਠਾਨਕੋਟ ਦੇ ਡੀਸੀ ਅਤੇ ਨਗਰ ਨਿਗਮ ਦੇ ਕਮਿਸ਼ਨਰ ਹਰਬੀਰ ਸਿੰਘ ਸ਼ਾਮਿਲ ਹੋਏ। ਉਸੇ ਦੇ ਨਾਲ ਸੀਨੀਅਰ ਡਿਪਟੀ ਮੇਅਰ ਵਿਕਰਮ ਮਹਾਜਨ ਅਤੇ ਡਿਪਟੀ ਮੇਅਰ ਅਜੇ ਵੀ ਮੌਜੂਦ ਰਹੇ। ਮੋਲ ਪੱਕਿਆ ਦਿਖਾਈ ਦਿੱਤਾ ਉੱਥੇ ਅੱਜ ਕੋਈ ਮਤੇ ਜੋ ਉਹਨਾਂ ਦੇ ਹੀ ਉਹ ਤੇ ਸਾਰੇ ਪਾਸ ਹੋਏ ਆ। ਉਹ ਮੋਲ ਇਸ ਕਰਕੇ ਵੀ ਭਖਿਆ ਕਿ ਜਿਹੜੀ ਅਸੀਂ ਇਹਨਾਂ ਨਾਲ ਸਾਡੇ ਆਦਰਨੀय MLA ਸਾਹਿਬ ਅਸ਼ਵਨੀ ਸ਼ਰਮਾ ਜੀ ਨੇ ਵਾਅਦਾ ਕੀਤਾ ਕਿ ਸ਼ਹਿਰ ਦੀ ਡਿਵੈਲਪਮੈਂਟ ਤੇ ਕੋਈ ਅੜਚਨ ਨਹੀਂ ਪਾਣੀ। ਅਸੀਂ 10 ਮਹੀਨੇ ਪੂਰਾ ਟਾਈਮ ਦਿੱਤਾ ਮੇਅਰ ਸਾਹਿਬ ਨੂੰ ਔਰ ਇਸ ਡਿਵੈਲਪਮੈਂਟ 'ਚ ਅਸੀਂ ਅੱਜ ਉਹ ਡਿਵੈਲਪਮੈਂਟ ਦੇ ਮੁੱਦੇ ਚੁੱਕੇ ਜਿਹੜਾ ਸ਼ਹਿਰ ਨਰਕ ਦੀ ओर ਜਾ ਰਿਹਾ। ਇਹ ਉਹ ਸ਼ਹਿਰ ਸੀ, ਪਠਾਨਕੋਟ ਐਸਾ ਸ਼ਹਿਰ ਸੀ ਜਿਹੜਾ ਬਹੁਤ ਵਧੀਆ ਹੈ। ਅਸੀਂ ਤੁਹਾਡੇ ਨਾਲ ਇਹ ਮੀਡੀਆ ਦੇ ਥਰੂ ਇਹ ਵੀ ਗੱਲ ਮੈਂ ਅੰਦਰ ਰੱਖੀ ਹੈ, ਜਿਸ ਵਿਧਾਇਕ ਦੀ ਗਲੀ ਨਾ ਬਣ ਸਕੇ ਉਹ ਉਸ ਹਾਊਸ 'ਚ ਬਹਿਣ ਦਾ ਸਾਡਾ ਵੀ ਅਧਿਕਾਰ ਭਾਰਤੀ ਜਨਤਾ ਪਾਰਟੀ ਦੀ ਕੋਈ ਲੀਡਰਸ਼ਿਪ ਦਾ ਨਹੀਂ ਹੋਣਾ। ਵਿਧਾਇਕ ਦੀ ਗਲੀ ਦਾ ਇਹ ਹਾਲ ਹੈ ਤੇ ਆਮ ਜਨਤਾ ਦਾ ਕੀ ਹਾਲ ਹੋ ਰਿਹਾ ਨਾ। ਤੁਸੀਂ ਕਾਲੀ ਮਾਤਾ ਮੰਦਿਰ ਦੇਖੋ, ਮਿਸ਼ਨ ਰੋਡ ਦਾ ਹਾਲ ਦੇਖੋ, ਬੁਰਾ ਹਾਲ ਹੈ। ਅਸੀਂ ਤੇ ਇਸ ਲੋਕਤੰਤਰ ਤੋਂ ਜਿੱਤ ਕੇ ਆਏ। ਅਸੀਂ ਇਹ ਕਹਿਣਾ ਚਾਹੁੰਦੇ ਸੀ ਮੇਅਰ ਸਾਹਿਬ ਨੂੰ ਕਿ ਅਸੀਂ ਤੁਹਾਡੇ ਨਾਲ ਆ, ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਨਾਲ ਆ, ਪਰ ਡਿਵੈਲਪਮੈਂਟ ਦਾ ਹਾਲ ਜੋ ਹੋ ਰਿਹਾ ਉਸ ਡਿਵੈਲਪਮੈਂਟ ਵਾਸਤੇ ਅੰਦਰ ਮੁੱਦੇ ਚੁੱਕੇ ਆ। ਤੁਹਾਡੇ ਸਾਹਮਣੇ ਵੀ DC ਸਾਹਿਬ ਨੇ ਵੀ ਕਿਹਾ ਕਿ ਸਾਡੇ ਸੰਨੀ ਦਿਓਲ ਜੀ ਦਾ ਫੰਡ ਵੀ ਆਇਆ, 72 ਲੱਖ ਰੁਪਇਆ ਇੱਕ ਫੰਡ ਹੋਰ ਆ ਗਿਆ। ਉਹ ਸਾਡੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ MP ਨੇ ਸੰਨੀ ਦਿਓਲ ਜੀ ਨੇ ਉਹ ਫੰਡ ਵੀ ਦਿੱਤਾ ਔਰ ਇਹ ਡਿਵੈਲਪਮੈਂਟ ਤੋਂ ਕਿਉਂਕਿ ਭਾਰਤੀ ਜਨਤਾ ਪਾਰਟੀ ਕਰਾ ਸਕਦੀ ਹੈ। ਅਸੀਂ ਤਾਂ 10 ਮਹੀਨੇ ਤੋਂ ਇਹਨਾਂ ਨਾਲ ਸੀ, ਪਰ ਭਾਰਤੀ ਜਨਤਾ ਪਾਰਟੀ ਹੁਣ ਚੁੱਪ ਨਹੀਂ ਬੈਠੇਗੀ। ਸਾਡੀ ਕੋਈ ਲੀਡਰਸ਼ਿਪ ਚੁੱਪ ਨਹੀਂ ਬੈਠੇਗੀ। ਹਾਂ, ਜੇ ਇਹਨਾਂ ਨੇ 1.5-2 ਮਹੀਨੇ ਦਾ ਆਸ਼ਵਾਸਨ ਦਿੱਤਾ, DC ਸਾਹਿਬ ਵੀ ਦੇ ਕੇ ਗਏ ਨੇ, ਮੇਅਰ ਸਾਹਿਬ ਨੇ ਵੀ ਕਿਹਾ ਹਾਂ ਜੇ 1.5-2 ਮਹੀਨੇ ਤੱਕ ਸਾਡੇ ਕੰਮ ਨਹੀਂ ਹੋਏ, ਜੇ ਸਾਨੂੰ ਧਰਨਾ ਵੀ ਦੇਣਾ ਪਿਆ, ਅਸੀਂ ਕਾਰਪੋਰੇਸ਼ਨ ਦੇ ਬਾਹਰ ਧਰਨਾ ਵੀ ਦਾਂਗੇ। ਏਜੰਡਾ ਤੇ ਤੁਹਾਡੇ ਕੋਲ ਆ ਜੀ, ਤੁਸੀਂ ਸਾਰਾ ਆਲਰੇਡੀ ਸੁਣਿਆ ਹੀ ਆ ਵੀ ਆਪਾਂ ਇਹਦੇ ਵਿੱਚ ਲਗਭਗ ਕੋਈ 13-14 ਕਰੋੜ ਰੁਪਏ ਦੇ ਕੰਮ ਪਾਸ ਕੀਤੇ ਆ, ਜਿਹੜੇ ਹਾਊਸ ਦੀ ਸਾਰਿਆਂ ਦੀ ਸਹਿਮਤੀ ਨਾਲ ਪਾਸ ਹੋ ਗਏ ਨੇ। ਬਾਕੀ ਏਜੰਡੇ ਦੀ ਕਾਪੀ ਲੈ ਲਓ। ਹੋਰ ਕੋਈ ਪੁੱਛਣਾ, ਮੈਂ ਸਿਰਫ ਇੱਕ ਚੀਜ਼ ਕਹਿਣਾ ਚਾਹੁੰਦਾ, ਜਿਸ ਤਰ੍ਹਾਂ ਕਿ ਕੱਲ੍ਹ ਮੇਅਰ ਵਾਸੂਦੇਵਾ ਜੀ ਨੇ ਇੱਕ ਪ੍ਰੈਸ ਕਾਨਫਰੰਸ ਜਰੀਏ ਇਹ ਆਰੋਪ ਲਗਾਏ ਸੀ ਕਿ ਇਹਨਾਂ ਨੇ ਪਿਛਲੇ ਕੀਤਾ ਨਹੀਂ। ਮੈਂ ਇਹ 7-8 ਮਹੀਨੇ ਦਾ ਪੋਰਸ਼ਨ ਅਗਰ ਛੱਡ ਦੇਵਾਂ ਤੇ ਇਸ ਤੋਂ ਪਿੱਛੇ ਅਸੀਂ ਦੇਖੀਏ ਜਦੋਂ ਕਿ ਉਦੋਂ ਕਾਂਗਰਸ ਦੀ ਸਰਕਾਰ ਸੀਗੀ, ਉਦੋਂ ਬਹੁਤ ਸਾਰੇ ਕੰਮ ਇਹ ਹੁਣ ਵਾਸੂਦੇਵਾ ਜੀ ਨੂੰ ਨਹੀਂ ਦਿਖਦੇ ਉਹ ਕੰਮ ਸਾਡੇ, ਕਿਉਂਕਿ ਉਹਨਾਂ ਕੋਲ ਆਪਣੇ ਵਾਸਤੇ ਕਹਿਣ ਨੂੰ ਕੁਝ ਨਹੀਂ ਆ, ਕਿਉਂਕਿ ਉਹ ਹਮੇਸ਼ਾ ਹੀ ਕਹਿੰਦੇ ਮੈਂ 22 ਕਰੋੜ 29 ਕਰੋੜ ਉਹਨੇ ਇੱਕੋ ਗੱਲ ਨੂੰ ਹੀ ਕਹੀ ਜਾਂਦੇ ਆ। ਸੋ ਮੈਂ ਦੱਸਣਾ ਚਾਹੁੰਦਾ ਵੀ ਗੱਲ 22 ਕਰੋੜ ਜਾਂ 29 ਕਰੋੜ ਦੀ ਨਹੀਂ ਹੈ। ਅਸੀਂ ਇਹ ਪੁੱਛਣਾ ਚਾਹੁੰਦੇ ਸ਼ਹਿਰ ਵਾਸਤੇ ਕੀ ਕੀਤਾ। ਅਗਰ ਉਹਨਾਂ ਨੇ ਪੁੱਛਿਆ ਤਾਂ ਮੈਂ ਦੱਸਣਾ ਚਾਹੁੰਦਾ ਵੀ ਅੱਜ ਤੋਂ 10 ਮਹੀਨੇ ਪਹਿਲੇ ਜਦੋਂ ਕਿ ਕਾਂਗਰਸ ਦੀ ਸਰਕਾਰ ਸੀਗੀ ਤੇ ਅਸੀਂ ਕੀ ਕੀਤਾ ਸੀ, ਕਾਰਪੋਰੇਸ਼ਨ ਨੇ ਕੀ ਕੀਤਾ ਸੀ, ਅਸੀਂ ਕਮਿਊਨਿਟੀ ਹਾਲ ਬਣਾਏ ਸੀਗੇ, ਕੁਝ ਬਣ ਕੇ ਤਿਆਰ ਹੋ ਗਏ ਤੇ ਕੁਝ ਬਣਨ ਵਾਲੇ ਆ। ਅਸੀਂ ਗਜੀਬੋ ਲਗਾਏ ਸੀ ਪਾਰਕਾਂ ਦੇ ਵਿੱਚ, ਪਾਰਕ ਬਣੇ ਸੀਗੇ, ਪਾਰਕਾਂ ਦੇ ਵਿੱਚ ਝੂਲੇ ਲਾਏ ਗਏ ਆ, ਜਿਮ ਦਾ ਸਮਾਨ ਲਾਇਆ ਗਿਆ, ਬਹਿਣ ਨੂੰ ਬੈਂਚਿਸ ਲਾਏ ਗਏ ਆ, ਹਾਂਜੀ ਸਵਾਗਤੀ ਗੇਟ ਲਗਾਇਆ ਗਿਆ, ਸਲਿੱਪਵੇ ਦੇ ਉੱਤੇ ਤੁਸੀਂ ਦੇਖੋ ਪੋਲ ਲਗਾਏ ਗਏ, ਲਾਈਟਾਂ ਲਗਾਈਆਂ ਗਈਆਂ ਔਰ ਇਹਨਾਂ ਦੇ ਇਲਾਵਾ ਵਾਟਰ ਸਪਲਾਈ ਪਈ ਹੈ। ਲਗਭਗ 100 ਕਰੋੜ ਰੁਪਏ ਦੇ ਕਰੀਬ ਵਾਟਰ ਸਪਲਾਈ ਸੀਵਰੇਜ ਆਪਣੇ ਸ਼ਹਿਰ 'ਚ ਪਿਆ। ਸ਼ਹਿਰ ਦੇ ਵੱਖ-ਵੱਖ ਏਰੀਆ ਦੇ ਵਿੱਚ ਟਾਈਲਾਂ ਦਾ ਕੰਮ ਹੋਇਆ। ਸਾਰੇ ਸ਼ਹਿਰ ਦਾ ਕੋਈ ਸ਼ਹਿਰ ਸ਼ਾਇਦ ਐਸਾ ਵਾਰਡ ਨਹੀਂ ਹੈ ਜਿਹਦੇ ਵਿੱਚ ਟਾਈਲਾਂ ਦਾ ਕੰਮ, ਕੰਕਰੀਟ ਦਾ ਕੰਮ ਨਹੀਂ ਹੋਇਆ। ਮੈਂ ਵਾਸੂਦੇਵਾ ਜੀ ਨੂੰ ਇਹ ਕਹਿਣਾ ਚਾਹੁੰਦਾ ਵੀ ਤੁਸੀਂ ਆ ਜੋ ਕਹਿੰਦੇ ਹੋ ਵੀ ਕੰਮ ਨਹੀਂ ਹੋਇਆ, ਕੰਮ ਨਹੀਂ ਆ, ਮੈਂ ਕਹਿੰਦਾ ਅਸੀਂ ਇੰਨੇ ਕੰਮ ਗਿਣਾਉਂਦੇ ਹਾਂ ਵੀ ਅਸੀਂ ਆਹ ਕੀਤਾ, ਅਸੀਂ ਕਦਾ ਰੇਲਵੇ ਲਾਈਨ ਦੇ ਨਾਲ ਅਸੀਂ ਦੋਨੋਂ ਸਾਈਡ ਟਾਈਲ ਲਗਾਈ ਆ। ਸ਼ਾਇਦ ਕਿਸੇ ਨੇ ਖਾਬ ਲਿਆ ਹੋਏ ਵੀ ਉਹ ਟਾਈਲਾਂ ਲਗਾਉਣ ਦਾ। ਮੈਂ ਉਹਨਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਵੀ ਹਰ ਵੇਲੇ ਇੱਕੋ ਗੱਲ ਨਾ ਕਿਹਾ ਕਰੋ ਭਈ ਜੀ ਇਹਨਾਂ ਨੇ ਸਰਕਾਰ ਨੇ ਕੀਤਾ ਕੁਛ ਨਹੀਂ। ਜੇ ਉਹਨਾਂ ਕੋਲ ਆਪਣੇ ਟਾਈਮ 'ਚ ਕੋਈ ਕੀਤੇ ਦਾ ਕੰਮ ਉਹਨਾਂ ਨੂੰ ਯਾਦ ਆ, ਜਿਹੜਾ ਅਸੀਂ ਕਹਿ ਸਕਦੇ ਹਾਂ ਵੀ ਇਹ ਕੰਮ ਕੀਤੇ ਦਾ, ਸਿਰਫ 22 ਕਰੋੜ 29 ਕਰੋੜ ਨਾ ਹਰ ਵਾਰੀ ਕਹਿਣ ਮੈਂ ਪੈਸੇ ਛੱਡ ਕੇ ਗਿਆ ਸੀ। ਮੈਂ ਉਹਨਾਂ ਨੂੰ ਪੁੱਛਣਾ ਵੀ ਤੁਹਾਨੂੰ ਕਿਸੇ ਨੇ ਮਜਬੂਰ ਨਹੀਂ ਕੀਤਾ ਪੈਸੇ ਛੱਡਣ ਨੂੰ। ਤੁਸੀਂ ਆਪਣਾ ਪੈਸਾ ਸੀਗਾ ਸਰਕਾਰ ਦਾ, ਤੁਸੀਂ ਖਰਚ ਨਹੀਂ ਕਰਿਆ ਆਪਣੇ ਸ਼ਹਿਰ ਵਾਸੀਆਂ ਵਾਸਤੇ। ਉਹ ਤੁਹਾਡੀ ਇੱਕ ਮੈਂ ਸਮਝਦਾ ਉਹ ਤੁਹਾਡੀ ਕਮਜ਼ੋਰੀ ਰਹੀ ਆ ਵੀ ਤੁਸੀਂ ਉਹਨੂੰ ਪੈਸੇ ਨੂੰ ਖਰਚ ਨਹੀਂ ਪਾਏ। ਸੋ ਮੈਂ ਇਹ ਗੱਲ ਕਹਿਣਾ, ਇਹ ਕਹਿਣ ਦੀ ਬਜਾਏ ਜਿਹੜੇ ਕਾਂਗਰਸ ਦੇ ਟਾਈਮ ਕੰਮ ਹੋਇਆ, ਕਮ ਸੇ ਕਮ ਜਿਹੜੇ ਕੰਮ ਕੀਤੇ ਉਹਨਾਂ ਨੂੰ ਉਹਦੀ ਸਰਾਹਨਾ ਵੀ ਕਦੀ ਕਦੀ ਕਰ ਦਿਆ ਕਰੋ। ਇੱਦਾਂ ਨਹੀਂ ਹੁੰਦਾ ਕੋਈ ਤੁਹਾਡੇ ਉਹ ਨਹੀਂ ਹੈਗਾ ਵੀ ਮੂੰਹ ਪੀੜ ਹੋਣ ਲੱਗ ਪੈਂਦਾ ਜੇ ਸਾਡੀ ਕਿਤੇ ਤਾਰੀਫ ਕਰ ਦੋਗੇ।
ਸੋ ਮੈਂ ਇਹੋ ਹੀ ਗੱਲ ਕਹਿਣਾ ਚਾਹੁੰਦਾ ਵੀ ਬਾਰ-ਬਾਰ ਇੱਕੋ ਗੱਲ ਨਾ ਕਹਿਣ ਵੀ ਅਸੀਂ ਕੰਮ ਨਹੀਂ ਕੀਤਾ, ਅਸੀਂ ਕੰਮ ਕਰਨ ਆਏ ਹਾਂ। ਜਦੋਂ ਅਸੀਂ ਨਵੀਂ ਸਰਕਾਰ ਅੱਗੇ ਵੀ ਬੇਨਤੀ ਕੀਤੀ ਆ, 50 ਕਰੋੜ ਰੁਪਈਆ ਸਰਕਾਰ ਕੋਲੋਂ ਅਸੀਂ ਮੰਗ ਕੀਤੀ ਆ। ਸਾਡੇ ਇੱਥੋਂ ਦੇ ਜਿਹੜੇ ਮੰਤਰੀ ਅਸੀਂ ਉਹਨਾਂ ਨਾਲ ਵੀ ਮਿਲੇ ਆ, ਪਰਸਨਲੀ ਮਿਲੇ ਆ, ਕਟਾਰੂ ਚੱਕ ਜੀ ਨੂੰ, ਉਹਨਾਂ ਨਾਲ ਵੀ ਅਸੀਂ ਮੰਗ ਪੱਤਰ ਦਿੱਤਾ ਉਹਨਾਂ ਨੂੰ ਵੀ, ਔਰ ਉਹਨਾਂ ਨੂੰ ਕਿਹਾ ਵੀ ਸਾਨੂੰ ਆਪਣਾ ਕਾਰਪੋਰੇਸ਼ਨ ਨੂੰ ਫੰਡ ਦੀ ਜ਼ਰੂਰਤ ਹੈ ਤੇ 50 ਕਰੋੜ ਦੀ ਉਹਨਾਂ ਨੂੰ ਵੀ ਅਸੀਂ ਡਿਮਾਂਡ ਦਿੱਤੀ ਆ, ਔਰ ਉਹਨਾਂ ਨੇ ਸਾਨੂੰ ਇਸ ਗੱਲ ਦਾ ਭਰੋਸਾ ਦਿਲਾਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਰਪੋਰੇਸ਼ਨ ਨੂੰ ਪੈਸੇ ਦਿਵਾਵਾਂਗੇ। ਮੀਟਿੰਗ ਦੇ ਵਿੱਚ 2 ਸਵਾਲ ਮੇਜਰ ਮੀਟਿੰਗ ਕਿਉਂ ਕੀਤੀ ਗਈ ਕਿਉਂਕਿ ਮਹੀਨੇ ਦੇਖੋ ਮੈਂ ਤੁਹਾਨੂੰ ਸਰ ਸੀਵਰੇਜ ਤੇ ਜਿਹੜਾ ਪੀਣ ਵਾਲੇ ਪਾਣੀ ਦੀ ਸਮੱਸਿਆ ਤਕਰੀਬਨ 70% ਸ਼ਹਿਰ ਦੇ ਵਿੱਚ ਹੈਗੀ ਆ। ਦੇਖੋ ਮੈਂ ਤੁਹਾਨੂੰ ਉਹਦੇ ਵਾਸਤੇ ਹੀ ਦੱਸਣਾ ਚਾਹੁੰਦਾ, ਇਹ ਸਵਾਲ ਵਾਸੂਦੇਵਾ ਜੀ ਨੇ ਕੀਤਾ ਸੀ ਤੇ ਸ਼ਹਿਰ ਦੇ ਵਿੱਚ ਦੇਖੋ ਜੀ ਸਾਰਾ ਸ਼ਹਿਰ ਸੀਵਰੇਜ ਨਾਲ ਚੋਕ ਹੋਇਆ। ਮੈਂ ਐਗਰੀ ਹਾਂ, ਮੈਂ ਉਹਨਾਂ ਨੂੰ ਵੀ ਪੁੱਛਣਾ ਵੀ ਜਦੋਂ ਉਹ 5 ਸਾਲ ਇੱਥੇ ਕਾਰਪੋਰੇਸ਼ਨ 'ਚ ਮੇਰੇ ਤੇ ਕਿਆ ਉਦੋਂ ਸੀਵਰੇਜ ਚੋਕ ਨਹੀਂ ਹੁੰਦੇ, ਤੇ ਜੇ ਉਦੋਂ ਨਹੀਂ ਸੀ ਹੁੰਦੇ ਤਾਂ ਮੈਂ ਉਹਨਾਂ ਦਾ ਚੇਲਾ ਪੈਣ ਨੂੰ ਤਿਆਰ ਹਾਂ। ਮੈਨੂੰ ਕੋਈ ਐਸਾ ਗੁਰਮੰਤਰ ਦੇ ਦੇਣ ਵੀ ਮੈਨੂੰ ਪਤਾ ਲੱਗੇ ਵੀ ਵਾਕਈ ਉਹਨਾਂ ਦੀ ਇਹ ਪਾਲਿਸੀ ਨਾਲ, ਇਹ ਸਕੀਮ ਨਾਲ ਸ਼ਹਿਰ ਦੇ ਵਿੱਚ ਸੀਵਰੇਜ ਦੀ ਜਿਹੜੀ ਸਾਫ਼ ਸਫਾਈ ਠੀਕ ਟਾਈਮ ਨਾਲ ਹੋ ਜਾਂਦੀ ਆ। ਉਹਨਾਂ ਦੇ ਟਾਈਮ ਵੀ ਸੀਵਰੇਜ ਦੀ ਦਿੱਕਤ ਆਉਂਦੀਆਂ ਸੀ। ਕੁਝ ਸੁਪਰੀਮ ਕੋਰਟ ਦੀਆਂ ਡਾਇਰੈਕਸ਼ਨਾਂ ਐਸੀਆਂ ਆ ਗਈਆਂ ਜਿਹਦੇ ਕਰਕੇ ਸਾਨੂੰ ਦਿੱਕਤ ਆ ਰਹੀ ਹੈ ਵੀ ਸੁਪਰੀਮ ਕੋਰਟ ਨੇ ਕਿਹਾ ਭਈ ਸੀਵਰੇਜ ਮੈਨ ਕੋਈ ਵੀ ਹੈ ਜਿਹੜਾ ਉਹ ਸੀਵਰੇਜ ਦੇ ਉਹਦੇ ਵਿੱਚ ਨਹੀਂ ਬਣੇਗਾ। ਅਸੀਂ ਵੀ ਸੁਪਰੀਮ ਕੋਰਟ ਨਾਲ ਸਹਿਮਤ ਹਾਂ, ਪਰ ਹੁਣ ਇਸ ਤਰ੍ਹਾਂ ਹੈ ਵੀ ਕੁਝ ਸਮੱਸਿਆ ਇਸ ਕਰਕੇ ਵੀ ਆ ਰਹੀਆਂ ਕਿਉਂਕਿ ਗਾਰਾਂ ਜਮ੍ਹਾਂ ਸੀਵਰੇਜ ਦੇ ਵਿੱਚ ਲੋਕਾਂ ਨੂੰ ਅਵੇਅਰ ਕਰਨਾ ਚਾਹਾਂਗਾ ਵੀ ਬਾਰ-ਬਾਰ ਆਪਣੀਆਂ ਨਾਲੀਆਂ ਸਾਰੀਆਂ ਹੌਲੀ-ਹੌਲੀ ਕਰਕੇ ਅਸੀਂ ਲਗਭਗ 50-60% ਲੋਕਾਂ ਦੇ ਤਾਂ ਨਾਲੀਆਂ ਗਲੀਆਂ ਸਾਰੀਆਂ ਸੀਵਰੇਜ ਦੇ ਵਿੱਚ ਪਾਤੀਆਂ, ਉਹਨਾਂ ਨਾਲ ਸੀਵਰੇਜ 'ਚ ਕਚਰਾ ਜ਼ਿਆਦਾ ਜਮ੍ਹਾਂ ਹੁੰਦਾ। ਸੋ ਮੈਂ ਉਹਨਾਂ ਨੂੰ ਵੀ ਕਹਾਂਗਾ ਵੀ ਅਪੀਲ ਕਰਦਾ ਆਪਣੇ ਸ਼ਹਿਰ ਵਾਸੀਆਂ ਅੱਗੇ ਵੀ ਥੋੜ੍ਹਾ ਕਚਰਾ ਉਹਦੇ 'ਚ ਘੱਟ ਜਾਵੇ, ਜਿਹਦੇ ਕਰਕੇ ਸਾਨੂੰ ਥੋੜ੍ਹੀਆਂ ਦਿੱਕਤਾਂ ਸੀ। ਸਾਡੇ ਜਿਹੜੇ ਕਾਰਪੋਰੇਸ਼ਨ ਦੇ ਕੁਝ ਕਰਮਚਾਰੀ ਆ ਔਰ ਮੈਂ ਸਮਝਦਾ ਉਹਨਾਂ 'ਚ ਬਹੁਤ ਸਾਰੇ ਦੇਖੋ ਜਿਹੜਾ ਕੰਮ ਕਰਦੇ ਆ ਉਹਨਾਂ ਨੂੰ ਸਰਾਹਨਾ ਵੀ ਚਾਹੀਦਾ। ਮੈਂ ਸਮਝਦਾ ਵੀ ਸਾਡੇ ਕਾਰਪੋਰੇਸ਼ਨ ਦੇ ਜਿਹੜੇ ਸੀਵਰੇਜ ਮੈਨ ਆ ਉਹ ਇੱਕ ਅੱਛਾ ਕੰਮ ਕਰਦੇ ਆ ਕਿਉਂਕਿ ਉਹ ਕੰਮ ਉਹਨਾਂ ਤੋਂ ਇਲਾਵਾ ਹੋਰ ਕੋਈ ਨਹੀਂ ਕਰ ਸਕਦਾ। ਅਸੀਂ ਸਗੋਂ ਉਹਨਾਂ ਦੇ ਰਿਣੀ ਆ ਵੀ ਉਹ ਇਹ ਕਿਹੜਾ ਕੰਮ ਸਾਡਾ ਕਰਦੇ ਆ। ਸੋ ਮੈਂ ਉਹਨਾਂ ਦਾ ਵੀ ਧੰਨਵਾਦ ਕਰਨਾ ਔਰ ਮੈਂ ਉਹਨਾਂ ਨੂੰ ਇੱਕ ਬੇਨਤੀ ਆ ਕਰਨਾ ਚਾਹੁੰਦਾ ਵੀ ਥੋੜ੍ਹੀ ਮਿਹਨਤ ਦੀ ਲੋੜ ਹੈਗੀ ਆ। ਜਿੱਥੇ ਉਹਨਾਂ ਨੂੰ ਜ਼ਰੂਰਤ ਪੈਂਦੀ ਹੈ ਸਾਡੇ ਸਹਿਯੋਗ ਦੀ ਅਸੀਂ ਸਹਿਯੋਗ ਕਰਾਂਗੇ ਔਰ ਆਪਣੇ ਸ਼ਹਿਰ ਵਾਸੀਆਂ ਨਾਲ ਵੀ ਵਚਨਬੱਧ ਹਾਂ ਵੀ ਉਹਨਾਂ ਨੂੰ ਜਿਹੜੀ ਸੀਵਰੇਜ ਦੀ ਵਾਟਰ ਸਪਲਾਈ ਗੰਦੇ ਦੀ ਆ ਆਸਤਾ ਉਹਨਾਂ ਨੂੰ ਕੁਝ ਸਮਾਂ ਦੇਖੋ ਹਰ ਚੀਜ਼ 'ਚ ਲੱਗਦਾ। ਅੱਜ ਅਸੀਂ ਕੋਈ ਗਲੀ ਪੁੱਟਣੀ ਹੋਏ ਮੁੜ ਬੰਦੀ ਨਹੀਂ ਹੈ, ਪਹਿਲਾਂ ਲੋਕ ਸਾਡੇ ਕੋਲ ਪਾਈਪ ਪਵਾ ਲੈਂਦੇ ਆ, ਫਿਰ ਉਹਦੇ ਬਾਅਦ ਸਾਨੂੰ ਇਸ ਗੱਲ ਤੋਂ ਵੀ ਤੰਗ ਕਰਦਾ ਪਿਆ ਇਮੀਡੀਏਟ ਗਲੀ ਵੀ ਬਣਾਈ ਜਾਏ, ਇਹਨੂੰ ਥੋੜ੍ਹਾ ਸਮੇਂ ਲੱਗਦਾ। ਸਰਕਾਰਾਂ ਹੁਣ ਪਹਿਲੇ ਵਾਲੇ ਉਹ ਗੱਲਾਂ ਨਹੀਂ ਰਹੀਆਂ, ਸਰਕਾਰ ਚੇਂਜ ਆ, ਥੋੜ੍ਹਾ ਬਹੁਤਾ ਫੰਡ ਦੀ ਵੀ ਕਮੀ ਆ ਰਹੀ ਆ ਔਰ ਉਮੀਦ ਆ ਵੀ ਕਿਉਂਕਿ ਜਿਸ ਤਰ੍ਹਾਂ ਅਸੀਂ ਸਰਕਾਰ ਅੱਗੇ ਬੇਨਤੀ ਕੀਤੀ ਆ, ਆਮ ਆਦਮੀ ਪਾਰਟੀ ਦੀ ਸਰਕਾਰ ਅੱਗੇ ਉਹਨਾਂ ਦੇ ਅੱਗੇ ਬੇਨਤੀ ਕੀਤੀ ਆ, ਸਾਨੂੰ ਫੰਡ ਆਉਂਦੇ ਹੀ ਅਸੀਂ ਸ਼ਹਿਰ ਦੀਆਂ ਗਲੀਆਂ ਨਾਲੀਆਂ ਸੀਵਰੇਜ ਦੀ ਵਿਵਸਥਾ ਪਾਣੀ ਦੀ ਵਿਵਸਥਾ ਬਿਲਕੁਲ ਸੁਚਾਰੂ ਕਰਨ ਦੇ ਵਿੱਚ ਸક્ષਮ ਆ। ਸਾਡੀ ਕਾਰਪੋਰੇਸ਼ਨ ਉਹ ਕਰਾਂਗੇ। ਤੁਹਾਡੇ ਇੱਕ ਪਾਰਸ਼ਦ ਦੇ ਇਲਜ਼ਾਮ ਲਗਾਏ ਗਏ ਨੇ ਭ੍ਰਿਸ਼ਟਾਚਾਰ ਦੇ, ਇਹ ਨਾਲੇ ਦੀ ਇੱਕ ਆਡੀਓ ਵਾਇਰਲ ਹੋਈ ਹੈ। ਦੇਖੋ ਮੈਂ ਤੁਹਾਨੂੰ ਪਤਾ ਹੈ ਮੈਂ ਤੇ ਉਹਦੇ ਵਾਸਤੇ ਇੱਕੋ ਹੀ ਸ਼ੇਅਰ ਕਹਾਂਗਾ ਵੀ ਗੁਬਾਰੇ ਜਬ ਫੂਲ ਜਾਂਦੇ हैं, ਤੁਸੀਂ ਗੁਬਾਰੇ ਦਾ ਮਤਲਬ ਸਮਝਦੇ ਹੋ ਜਿਹਨੂੰ ਅਸੀਂ ਪੰਜਾਬੀ 'ਚ ਪਕਾਨਾ ਕਹਿ ਦਿੰਦੇ ਹਾਂ, ਫਲੂਸ, ਇਹ ਉਹੀ ਫਲੂਸ ਹੈ। ਗੁਬਾਰੇ ਜਬ ਫੂਲ ਜਾਤੇ हैं ਫੁੱਲ ਜਾਂਦੇ ਆ। ਪਹਿਲੇ ਕਿਆ ਥੇ ਭੁੱਲ ਜਾਤੇ हैं, ਮਤਲਬ ਪਹਿਲਾਂ ਕੀ ਸੀਗਾ ਭੁੱਲ ਜਾਂਦਾ। ਸਾਰਾ ਸ਼ਹਿਰ ਜਾਣਦਾ ਉਹਨਾਂ ਨੂੰ ਜਿਹੜੇ ਜਿਨ੍ਹਾਂ ਦਾ ਤੁਸੀਂ ਨਾਂ ਲਿਆ। ਮੈਂ ਨਹੀਂ ਆਪਣਾ ਮੂੰਹ ਨਾਂ ਲੈਣਾ, ਚੰਗਾ ਵੀ ਨਹੀਂ ਲੱਗਦਾ ਕਿਉਂਕਿ ਉਹ ਤੜਸਾਂ ਨੇ ਬੇਫਜ਼ੂਲ ਬੋਲਦੇ ਜੀ ਚੋਰ ਹੈ ਚੋਰ, ਦੱਸਣ ਤਾਂ ਸਹੀ ਹੈ ਨਾ। ਉਹਨਾਂ ਨੂੰ ਇਹ ਪੁੱਛੋ ਤੁਸੀਂ ਕਿਹੜੇ ਸਾਧ ਹੋ, ਤੁਸੀਂ ਆਪਣਾ ਦੇਖੋ ਆਪਣਾ ਇਤਿਹਾਸ ਦੇਖੋ, ਰਿਕਾਰਡ ਦੇਖੋ। ਮਾਈਨਿੰਗ ਦੇ ਵਿੱਚ ਉਹਨਾਂ ਦਾ ਨਾਂ ਹਮੇਸ਼ਾ ਉਛਾਲਿਆ ਗਿਆ ਔਰ ਜਦੋਂ ਇਹਨਾਂ ਨੇ ਵੀ ਸਾਲ ਡੇਢ ਸਾਲ ਕ੍ਰੈਸ਼ਰ ਚਲਾਇਆ ਤਾਂ ਤੁਸੀਂ ਆਪ ਸਾਰੇ ਕਹਿੰਦੇ ਵੀ ਕ੍ਰੈਸ਼ਰ ਇੰਡਸਟਰੀ ਦੇ ਵਿੱਚ ਰਹਿ ਕੇ ਵੀ ਇਹਨਾਂ ਨੇ ਸਾਰੀ ਸਾਡੀ ਫਾਰੈਸਟ ਦੀ ਜ਼ਮੀਨ ਸਾਰੀ ਪੁੱਟੀ ਔਰ ਪਰਚਾ ਹੁੰਦੇ ਰਹਿ ਗਿਆ ਸੀਗਾ ਇਹਨਾਂ 'ਤੇ। ਹਾਂਜੀ, ਅਸੀਂ ਤਾਂ ਖੈਰ ਇਹਨਾਂ ਦੇ ਉੱਤੇ ਇਸ ਤਰ੍ਹਾਂ ਦੇ ਇਲਜ਼ਾਮ ਨਹੀਂ ਲਗਾਉਂਦੇ, ਪਰ ਜਦੋਂ ਕਹਿੰਦੇ ਉਹ ਇੱਕ ਨया ਜ਼ਮਾਨਾ ਪਿਕਚਰ ਹੀ ਪੁਰਾਣੀ ਧਰਮਿੰਦਰ ਦੀ ਤੇ ਹੇਮਾ ਮਾਲਿਨੀ ਦੀ, ਚੋਰੋਂ ਕੋ ਸਾਰੇ ਨਜ਼ਰ ਆਤੇ ਹੈ ਚੋਰ। ਹਾਂਜੀ, ਇਹ ਉਹੀ ਗੱਲ ਮੈਂ ਸਮਝਣਾ ਵੀ ਜਿਹੜਾ ਖੁਦ ਬੰਦਾ ਉੱਦਾਂ ਦਾ ਹੁੰਦਾ ਉਹਨੂੰ ਸਾਰੇ ਉੱਦਾਂ ਦੇ ਨਜ਼ਰ ਆਉਂਦੇ ਆ। ਜਿਹੜੀ ਉਹ ਰਿਕਾਰਡਿੰਗ ਵਾਇਰਲ ਹੋਈ ਆ ਉਹਦੇ ਉੱਤੇ ਮੈਂ ਰਿਕਾਰਡਿੰਗ ਹਲੇ ਸੁਣੀ ਨਹੀਂ ਆ ਜੀ। ਦੇਖੋ ਇਸ ਤਰ੍ਹਾਂ ਉਹਦਾ ਕੀ ਕਹਿ ਸਕਦੇ, ਇਹਨੂੰ ਕੋਈ ਬੰਦਾ ਸਾਹਮਣੇ ਲਿਆਏ, ਇਹ ਕੱਲ ਨੂੰ ਆਪਣਾ ਹੀ ਕੋਈ ਬੰਦਾ ਖੜਾ ਕਰਕੇ ਉਹ ਕੋ ਬੁਲਾ ਦੇਵੇ ਤੇ ਸਾਡੇ ਤੇ ਇਲਜ਼ਾਮ ਲਗਾ ਦੇ। ਦੇਖੋ ਇਹਨਾਂ ਨੇ 33,000 ਦੀ ਗੱਲ ਕੀਤੀ ਆ, ਅੱਜ ਤੱਕ ਕੁਝ ਨਹੀਂ ਸਾਬਤ ਹੋਇਆ। ਸਾਡੇ ਕੋਲ ਸਾਰਾ ਰਿਕਾਰਡ ਹੈਗਾ, ਔਨ ਰਿਕਾਰਡ ਬੰਦੇ ਹੈਗੇ ਆ ਸਾਡੇ ਕੋਲ ਜਿਨ੍ਹਾਂ ਨੂੰ ਅਸੀਂ ਪੈਸੇ ਦਿੱਤੇ ਆ। ਅਸੀਂ ਬਿਲਕੁਲ ਸਾਡਾ ਦਾਮਨ ਜਿਹੜਾ ਪਾਕ ਸਾਫ਼ ਹੈ। ਅਸੀਂ ਕਿਤੇ ਕੋਈ ਕੁਤਾਹੀ ਕੋਈ ਕਰਪਸ਼ਨ ਅਸੀਂ ਨਹੀਂ ਕੀਤੀ, ਨਾ ਹੀ ਕੋਈ ਸਾਨੂੰ ਸਾਡੇ ਤੇ ਇਲਜ਼ਾਮ ਲਗਾ ਸਕਦਾ। ਬਾਕੀ ਝੂਠ ਹੈ, ਝੂਠ ਦਾ ਪੈਰ ਨਹੀਂ ਹੁੰਦੇ, ਥੋੜਾ ਟਾਈਮ ਦੇ ਵਿੱਚ ਤੁਹਾਨੂੰ ਇਹ ਨਜ਼ਰ ਆਪੇ ਆਉਂਦਾ ਰਹਿਣਾ। ਇੱਕ ਗੱਲ ਮੈਂ ਹੋਰ ਤੁਹਾਨੂੰ ਦੱਸਣਾ ਚਾਹੁੰਦਾ, ਸਾਡੇ ਐਕਸ ਮੇਅਰ ਆਪਣੇ ਵਾਸੂਦੇਵਾ ਜੀ ਨੇ ਇੱਕ ਕੱਚੇ ਮਕਾਨਾਂ ਦੀ ਗੱਲ ਕੀਤੀ ਜਿਹਦੇ ਵਿੱਚ ਸਾਡੇ ਵਿਕਰਮ ਜੀ ਨੇ ਥੋੜਾ ਉਹ ਸਵਾਲ ਚੁੱਕਾਇਆ। ਮੈਂ ਉਹਦੇ ਵਾਸਤੇ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਅਸੀਂ ਅੱਜ ਤੱਕ ਪਿਛਲੇ ਪੌਣੇ 2 ਸਾਲ ਦੇ ਸਮੇਂ ਤੋਂ ਹੁਣ ਤੱਕ ਲੈ ਕੇ ਅਸੀਂ ਕੋਈ ਵੀ ਇੱਕ ਪਰਸਨ ਐਸਾ ਆਪਣੇ ਦੁਆਰਾ ਪਾਸ ਨਹੀਂ ਕੀਤਾ ਜਿਨ੍ਹਾਂ ਨੂੰ ਕੱਚੇ ਮਕਾਨਾਂ ਦੇ ਪੈਸੇ ਦਿੱਤੇ।
ਮੇਅਰ ਵਾਸੂਦੇਵਾ ਜੀ ਜਿੰਨੇ ਲੋਕਾਂ ਦੇ ਪੈਸੇ ਪਾਸ ਕਰ ਗਏ ਸੀ ਆਪਣੀ ਯੂਰੀਡਿਕਸ਼ਨ ਦੇ ਵਿੱਚ, ਆਪਣੀ ਇਨਕੁਆਰੀ ਦੇ ਵਿੱਚ, ਅਸੀਂ ਉਹਨਾਂ ਲੋਕਾਂ ਨੂੰ ਹੀ ਅੱਜ ਤੱਕ ਪੈਸੇ ਦੇ ਰਹੇ ਹਾਂ। ਲਗਭਗ 3 ਕਰੋੜ ਦੇ ਕਰੀਬ ਅਸੀਂ ਲੋਕਾਂ ਨੂੰ ਪੈਸੇ ਵੰਡ ਚੁੱਕੇ ਹਾਂ। ਹੁਣ ਕੀ ਆ, ਅੱਗੇ ਸਾਡੀ ਕਾਰਪੋਰੇਸ਼ਨ ਕੋਲ ਪੈਸੇ ਹੁੰਦੇ ਸੀਗੇ ਤੇ ਅਸੀਂ ਹਰ ਮਹੀਨੇ ਇਸ ਤਰ੍ਹਾਂ ਕਰਦੇ ਸੀ, ਕਿਸੇ ਨੂੰ 1 ਇੰਸਟਾਲਮੈਂਟ ਜਾਂਦੀ, ਕਿਸੇ ਨੂੰ 2 ਇੰਸਟਾਲਮੈਂਟਾਂ ਜਾਂਦੀਆਂ, ਕਿਸੇ ਨੂੰ 3 ਜਾਂਦੀਆਂ। ਗੌਰਮੈਂਟ ਦੀ ਮੰਗ ਦੇ ਮੁਤਾਬਕ ਅਸੀਂ ਉਹ ਪੈਸੇ ਉਹਨਾਂ ਲੋਕਾਂ ਨੂੰ ਦਿੱਤੇ, ਔਰ ਉਹ ਜਿੰਨੇ ਲੋਕਾਂ ਨੂੰ ਪੈਸੇ ਦਿੱਤੇ ਆ ਅਸੀਂ ਉਹਦੇ 'ਚ ਕਿਤੇ ਵੀ ਸਾਡਾ ਨਾਂ ਨਹੀਂ ਹੈਗਾ। ਸਾਡੇ ਕੌਂਸਲਰ ਅੱਜ ਵੀ ਤਰਲੇ ਮਾਰਦੇ ਆ ਵੀ ਇਹ ਗਰੀਬ ਲੋਕਾਂ ਇਹਨੂੰ ਪੈਸੇ ਦਿਓ, ਇਹ ਗਰੀਬ ਲੋਕਾਂ ਇਹਨੂੰ ਪੈਸੇ ਦਿਓ। ਅਸੀਂ ਉਹਨਾਂ ਲੋਕਾਂ ਨੂੰ ਹੀ ਪੈਸੇ ਦਿੱਤੇ ਆ ਜਿਹੜੇ ਮੇਅਰ ਵਾਸੂਦੇਵਾ ਜੀ ਨੇ ਆਪਣੇ ਟਾਈਮ ਤੇ ਪਾਸ ਕੀਤੇ ਸੀ, ਉਹਨਾਂ ਨੂੰ ਹੀ ਅਸੀਂ ਪੈਸੇ ਦਿੱਤੇ ਆ। 16 ਲੱਖ ਰੁਪਏ ਦੇ ਕਰੀਬ ਅਸੀਂ ਪਿਛਲੇ 1 ਹਫ਼ਤਾ ਪਹਿਲਾਂ ਵੰਡੇ ਆ, ਔਰ ਉਹਨਾਂ ਲੋਕਾਂ ਨੂੰ ਹੀ ਗਿਆ। ਉਹ ਜਦੋਂ ਮਰਜ਼ੀ ਉਹ ਲਿਸਟ ਚੈੱਕ ਕਰ ਲੈਣ। ਸਾਡੇ ਕੌਂਸਲਰਾਂ ਦਾ ਮੈਂ ਇਹ ਗੱਲ ਗਰੰਟੀ ਨਾਲ ਕਹਿ ਸਕਦਾ, ਬਾਰ-ਬਾਰ ਉਹ ਐਵੇਂ ਝੂਠਾ ਇਲਜ਼ਾਮ ਲਾਉਣ, ਉਹਨਾਂ ਕੋਲ ਕਹਿਣ ਨੂੰ ਕੋਈ ਵਜਨਦਾਰ ਗੱਲ ਹੋਣਾ ਚਾਹੀਦੀ ਆ, ਕਿਉਂਕਿ ਉਹ ਪੂਰਾ ਮੇਅਰ ਆ, ਇੱਕ ਐਡਵੋਕੇਟ ਆ। ਮੈਂ ਤਾਂ ਚਲੋ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ ਪੜ੍ਹਾਈ ਲਿਖਾਈ ਦੇ ਵਿੱਚ, ਮੈਂ ਥੋੜ੍ਹਾ ਕਮਜ਼ੋਰ ਹੀ ਆ, ਪਰ ਮੈਂ ਇਹ ਗੱਲ ਜ਼ਰੂਰ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਕਮ ਸੇ ਕਮ ਤੁਸੀਂ ਲਾਇਰ ਹੋ, ਤੁਸੀਂ ਉਹ ਲਾਇਰ ਨਾ ਹੋ ਜਾਓ, ਉੱਦਾਂ ਹੀ ਨਾ ਹੋ ਜਾਓ ਵੀ ਝੂਠਾ ਹੀ ਤੁਹਾਨੂੰ ਬਣਾਉਣਾ ਪਏ। ਤੁਸੀਂ ਉਹ ਕਰੋ ਜੋ ਤੁਸੀਂ ਤੁਹਾਡੇ 'ਚ ਕਾਬਲੀਅਤ ਹੈ, ਕਿਉਂਕਿ ਤੁਸੀਂ ਵਧੀਆ ਲੋਕ ਹੋ, ਔਰ ਤੁਹਾਨੂੰ ਝੂਠੇ ਇਲਜ਼ਾਮ ਲਗਾਉਣ ਤੋਂ ਬਚਣਾ ਚਾਹੀਦਾ। ਔਰ ਚੈੱਕ ਕਰ ਲਓ, ਅਸੀਂ ਇੱਕ ਵੀ ਪਰਸਨ ਐਸਾ ਆਪਣਾ ਜਿਹੜਾ ਕਹਿ ਲੈਂਦਾ ਵੀ ਲੋ ਜੀ ਆ ਮੇਅਰ ਦਾ ਬੰਦਾ ਹੀ ਜਾਂ ਸਾਡੇ ਕਿਸੇ ਕੌਂਸਲਰ ਦਾ ਹੀ ਉਹਨੂੰ ਪੈਸਾ ਨਹੀਂ ਦਿੱਤਾ। ਪਾਸ ਹੋਈ ਹੈ, ਲੇਕਿਨ ਇਹਦੇ ਵਿੱਚ ਕੁਝ ਇੰਪੋਰਟੈਂਟ ਗੱਲਾਂ ਮੈਂਬਰਸ ਵੱਲੋਂ ਔਰ ਕੁਝ ਗੱਲਾਂ ਮੇਰੇ ਵੱਲੋਂ ਜਿਹੜੀਆਂ ਕੀਤੀਆਂ ਗਈਆਂ, ਮੈਂ ਉਹਦੇ ਬਾਰੇ ਤੁਹਾਨੂੰ ਚਾਨਣਾ ਪਾ ਦਿੰਦਾ ਕਿ ਇਹ ਜਿਹੜੇ ਐਸਟੀਮੇਟਸ ਅੱਜ ਅਸੀਂ ਪਾਸ ਕੀਤੇ ਆ ਕਿ ਪੈਸੇ ਆਣੇ ਆ, ਇਹਦੇ ਵਿੱਚ ਕਈ ਜਗ੍ਹਾ ਤੇ ਨਾ ਤੇ ਪੋਲੀਟੀਕਲੀ ਪੁੱਛਿਆ ਗਿਆ, ਨਾ ਆਫੀਸ਼ੀਅਲੀ ਪੁੱਛਿਆ ਗਿਆ, ਨਾ ਸੰਬੰਧਿਤ ਜਈ ਸੰਬੰਧਿਤ ਕੌਂਸਲਰ ਕੋਲ ਗਿਆ। ਇਸ ਗੱਲ ਬਾਰੇ ਮੈਂ ਆਪਣੀ ਪਰਸਨਲੀ ਵੀ ਸ਼ਿਕਾਇਤ ਦਰਜ ਕਰਵਾਈ ਹੈ ਕਿ ਮੈਨੂੰ ਕੋਈ ਐਮਸੀ ਦੀ ਤਾਂ ਮੈਂ ਗੱਲ ਵੱਖਰੀ ਹੈ, ਮੈਂ ਆਪਣੀ ਗੱਲ ਕਰਦਾ ਕਿ ਮੈਨੂੰ ਕੋਈ ਜਈ ਮਿਲ ਕੇ ਕਿਸੇ ਨੇ ਨਹੀਂ ਪੁੱਛਿਆ ਕਿ ਤੁਹਾਡੇ ਕੰਮ ਦੀ ਕੀ ਪ੍ਰਾਇੋਰਟੀ ਹੈ, ਕਿਹੜੇ ਕਿਹੜੇ ਕੰਮ ਜ਼ਰੂਰੀ ਆ, ਕਿਹੜੇ ਕਿਹੜੇ ਪਾ ਦਈਏ। ਔਰ ਜਿਹੜੇ ਜੇਈ ਸਾਹਿਬ ਦੀ ਇਹ ਗੱਲ ਕਰ ਰਹੇ ਆ ਉਹਨਾਂ ਨੂੰ ਮਿਲਿਆ ਹੀ ਮੈਂ 8ਵੇਂ ਮਹੀਨੇ, ਉਸ ਤੋਂ ਬਾਅਦ ਮੈਂ ਉਹਨਾਂ ਨੂੰ ਮਿਲਿਆ ਨਹੀਂ। ਦੂਸਰੀ ਗੱਲ ਆਪਾਂ ਕੀਤੀ ਹੈ ਕਿ ਜਿਹੜਾ ਇਹ ਨਾਲੇ ਦਾ ਅਸੀਂ ਐਸਟੀਮੇਟ ਪਾਸ ਕੀਤਾ 20 ਲੱਖ ਰੁਪਏ ਦਾ, ਇਹਦੀ ਜਿਹੜੀ ਜ਼ਿੰਮੇਵਾਰੀ ਹੈ ਇਹ ਸੈਨੇਟਰੀ ਔਰ ਚੀਫ ਸੈਨੇਟਰੀ ਇੰਸਪੈਕਟਰਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ। ਉਹਨਾਂ ਨੂੰ ਏਰੀਏ ਵੰਡੇ ਜਾਣੇ ਚਾਹੀਦੇ ਆ ਤਾਂ ਕਿ ਉਹ ਆਪਣੀ ਜ਼ਿੰਮੇਵਾਰੀ ਨਿਭਾ ਸਕਣ। ਔਰ ਐਮਸੀ ਸਿੱਧਾ ਉਹਨਾਂ ਨੂੰ ਕਹੇ ਕਿ ਭਾਜੀ ਮੇਰਾ ਨਾਲਾ ਬੰਦਾ, ਨਾਲਾ ਸਾਫ਼ ਕਰਵਾਓ, ਔਰ ਸੈਨੇਟਰੀ ਆ ਕੇ ਉੱਥੇ ਨਾਲਾ ਹੋ ਕੇ ਸਾਫ਼ ਕਰਵਾਏ। ਜਿਹੜੀ ਪਿੱਛੇ ਪ੍ਰਥਾ ਚਲੀ ਹੈ ਉਹ ਉਸ ਗੱਲ ਦਾ ਮੈਂ ਹਾਊਸ ਦੇ ਅੰਦਰ ਵਿਰੋਧ ਕੀਤਾ ਕਿ ਜਿਹੜਾ ਸਾਡੇ ਮੇਅਰ ਸਾਹਿਬ ਸਿੱਧਾ ਠੇਕੇਦਾਰ ਨੂੰ ਕਹਿੰਦੇ ਆ, ਉਹਦੇ ਨਾਲ ਜਿਹੜਾ ਆ ਇਹ ਕੰਮ ਐਗਜ਼ੀਕਿਊਟ ਸਹੀ ਤਰੀਕੇ ਨਾਲ ਨਹੀਂ ਹੋ ਪਾਇਆ। ਇਸ ਲਈ ਮੈਂ ਕਮਿਸ਼ਨਰ ਸਾਹਿਬ ਅੱਗੇ ਇਹੋ ਹੀ ਦਰਖਾਸਤ ਕੀਤੀ ਹੈ ਕਿ ਇਹਨੂੰ ਜ਼ਿੰਮੇਵਾਰੀ ਅਫਸਰਾਂ ਦੇ ਉੱਤੇ ਦਿੱਤੀ ਜਾਏ, ਨਾ ਕਿ ਕਿਸੇ ਇੱਕ ਵਿਅਕਤੀ ਤੇ। ਇਸ ਤੋਂ ਇਲਾਵਾ ਮੈਂ ਇਹ ਗੱਲ ਕੀਤੀ ਹੈ ਜੀ ਕਿ ਕਈ ਚੀਜ਼ਾਂ ਬੇਸਿਕ ਚੀਜ਼ਾਂ ਜੀ, ਜਿਸ ਤਰ੍ਹਾਂ ਗੁਰੂ ਨਾਨਕ ਟਿਊਬਲ, ਜਿਹੜਾ ਗੁਰੂ ਨਾਨਕ ਮਾਡਲ ਟਾਊਨ ਦਾ ਟਿਊਬਲ ਹੈ, ਉਹ ਪਿਛਲੇ 2 ਮਹੀਨੇ ਤੋਂ ਬੰਦ ਹੈ। ਔਰ ਉਹਦੇ ਨਾਲ ਸਾਡਾ ਏਰੀਆ ਦੁਆਰਾ 14-15 ਵਾਰਡ ਅਫੈਕਟਡ ਹੈ, ਲੇਕਿਨ ਉਹਦੇ 'ਤੇ ਕਿਸੇ ਨੇ ਗੌਰ ਨਹੀਂ ਕੀਤਾ। ਇਹ ਅਸੀਂ ਅੱਜ ਕਮਿਸ਼ਨਰ ਸਾਹਿਬ ਦੇ ਧਿਆਨ 'ਚ ਲਿਆਂਦਾ, ਔਰ ਇਹ ਵੀ ਧਿਆਨ 'ਚ ਲਿਆਂਦਾ ਕਿ ਕਈ ਟਿਊਬਲ ਜਿਹੜੇ ਹੈ ਇੰਟਰਕਨੈਕਟਡ ਪੂਰੀ ਤਰ੍ਹਾਂ ਨਹੀਂ ਹੈ, ਉਹਨਾਂ ਨੂੰ ਵੀ ਇੰਟਰਕਨੈਕਟਡ ਕੀਤਾ ਜਾਣਾ ਚਾਹੀਦਾ। ਔਰ ਕਮਿਸ਼ਨਰ ਸਾਹਿਬ ਨੇ ਇਸ ਗੱਲ ਦੀ ਹਾਮੀ ਭਰੀ ਹੈ ਕਿ ਸਾਰੇ ਟਿਊਬਲ ਜੇ ਕੋਈ ਰਹਿ ਗਿਆ ਤਾਂ ਅਸੀਂ ਉਹਨੂੰ ਇੰਟਰਕਨੈਕਟ ਕਰਾਂਗੇ। ਮੈਂ ਇੱਕ ਬੜਾ ਮਾਰਮਿਕ ਜੀ, ਬੜੀ ਦਰਦਨਾਕ ਜੀ ਇੱਕ ਗੱਲ ਅੱਜ ਇੱਥੇ ਸਾਰੇ ਹਾਊਸ 'ਚ ਸ਼ੇਅਰ ਕੀਤੀ ਹੈ। ਉਹ ਇਹ ਸ਼ੇਅਰ ਕੀਤੀ ਹੈ ਕਿ ਪਿਛਲੀ ਸਰਕਾਰ ਦੇ ਦੌਰਾਨ, ਸਾਡੀ ਸਰਕਾਰ ਦੇ ਦੌਰਾਨ ਪੈਸੇ ਵੰਡੇ ਗਏ, ਉਹ ਠੀਕ ਬੰਦਿਆਂ ਨੂੰ ਵੰਡੇ ਗਏ, ਗਲਤ ਬੰਦਿਆਂ ਨੂੰ ਵੰਡੇ ਗਏ। ਮੈਂ ਇਸ ਗੱਲ ਦੇ ਵਿੱਚ ਨਹੀਂ ਜਾਣਾ ਚਾਹੁੰਦਾ, ਲੇਕਿਨ ਇੱਕ ਗਰੀਬ ਆਦਮੀ ਜਿਹਦੀ ਛੱਤ ਟੁੱਟਣ ਵਾਲੀ ਸੀ, ਉਹਦੀ ਛੱਤ ਟੁੱਟ ਗਈ ਭਦਰੋਏ ਦੇ ਅੰਦਰ, ਔਰ ਉਹ ਬੰਦਾ ਮਰ ਗਿਆ। ਕਾਲੇ ਨਾਂ ਦਾ ਬੰਦਾ ਸੀ, ਉਹ ਬੰਦਾ ਹੀ ਮਰ ਗਿਆ। ਉਸ ਬੰਦੇ ਦੀ ਵਿਚਾਰੇ ਦੀ ਕੋਈ ਅਪਰੋਚ ਨਹੀਂ ਸੀਗੀ, ਉਹ ਪੈਸੇ ਨਹੀਂ ਲੈ ਸਕਿਆ, ਜਦ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ 'ਚ 30,000 ਤੋਂ ਲੈ ਕੇ 2.25 ਲੱਖ ਰੁਪਏ ਤੱਕ ਦਿੱਤੇ ਜਾ ਸਕਦੇ ਸੀਗੇ।
ਲੇਕਿਨ ਉਹ ਬੰਦਾ ਵਿਚਾਰਾ ਰਹਿ ਗਿਆ। ਮੈਂ ਉਹਦੇ ਤੇ ਇੱਕ ਆਪਣੀ ਲਿਖੀ ਕਵਿਤਾ ਜਿਹੜੀ ਹੈ ਉਸ ਦੇ ਅੰਦਰ ਪੜ੍ਹੀ ਸੀਗੀ। ਮੈਂ ਕਿਸੇ ਦੀ ਕਵਿਤਾ ਨਹੀਂ ਪੜ੍ਹਦਾ ਜੀ, ਕਿਸੇ ਦਾ ਸ਼ੇਰ ਮੈਂ ਬੜਾ ਘੱਟ ਪੜ੍ਹਦਾ, ਮੈਂ ਆਪਣੀ ਪੜ੍ਹੀ ਹੈ ਜੀ। ਮੈਂ ਉਹ ਤੁਹਾਡੇ ਅੱਗੇ ਕਰ ਦੇਣਾ ਜੀ। रुदन चीतकार विलाप करे आत्मा उसकी, रुदन चीतकार विलाप करे आत्मा उसकी, छत ही गिर पड़ी उसी पर उसकी। मर गया काला जिंदा आत्मा उसकी, दबी डरी सहमी पुकारती आत्मा उसकी। मांगे इंसाफ करे फरियाद आपसे, आप तो मतलब सरकार भी हैगा। मांगे इंसाफ करे फरियाद आपसे, फिक्स करो बनती जिम्मेवारी जिसकी। जिसने नहीं दिलाई छत उसे, मिले सजा उसे भी मौत की उसकी। कह रही कारपोरेशन को आत्मा उसकी, कल फिर किसी काले पर गिर ना जाए छत उसकी। मेरी मौत मौत नहीं अनवांटेड मर्डर है, चीतकारे पुकारे आत्मा उसकी। मैं बौना हो गया हूं, मैं बौना हो गया हूं, अपनी ही नजरों में क्यों। मैं बौना हो गया अपनी ही नजरों में क्यों, कल फिर किसी काले पर गिर ना जाए छत उसकी। मेरा ये निवेदन कमिश्नर साहब नूं है कि असी जिहड़े योग्य व्यक्ति है जिन्हां नूं ये पैसे मिलने चाहिए है प्रधानमंत्री आवास योजना दे, उन्हां तक ये पैसे नहीं पहुंचे तो कल नूं किसी होर काले की भी मौत हो सकती है। और ओदी मोरल रिस्पोंसिबिलिटी मेरे वर्गे व्यक्ति की भी है। मैं सीनियर डिप्टी मेयर हाँ, मैं कौंसलर हाँ, मेरी भी मोरल रिस्पोंसिबिलिटी है। लेकिन असली रिस्पोंसिबिलिटी जिन्हां दी फिक्स होनी चाहिए है, उन्हां दी फिक्स होनी चाहिए है कि जिन्हां दे कारण ਇਹੋ ਜਿਹੇ गरीब आदमी ਨੂੰ पैसे नहीं मिले। ਇਹੋ ਹੀ निवेदन ਅੱਜ ਕੀਤਾ ਜੀ। ਹੋਰ ਕਈ ਜ਼ਰੂਰੀ ਗੱਲਾਂ ਕੀਤੀਆਂ, ਮੇਰੇ ਖਿਆਲ ਇੰਨਾ ਕਾਫੀ ਹੈ ਜੀ।